ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਓ ਅੱਜ ਆਪਾਂ ਸ਼ੁਰੂ ਕਰਦੇ ਹਾਂ 6ਵੀਂ ਕਲਾਸ ਦਾ ਚੈਪਟਰ 1 ਇੰਟਰੋਡਕਸ਼ਨ ਟੂ ਕੰਪਿਊਟਰ। ਕੰਪਿਊਟਰ ਨਾਲ ਜਾਣ ਪਛਾਣ। ਕੰਪਿਊਟਰ ਨਾਲ ਜਾਣ ਪਛਾਣ ਅੱਜ ਦੇ ਸਮੇਂ ਵਿੱਚ ਕੰਪਿਊਟਰ ਦੀ ਇੱਕ ਅਹਿਮ ਭੂਮਿਕਾ ਸਾਡੇ ਜੀਵਨ ਵਿੱਚ ਹੈ। ਦਿਨ ਤੋਂ ਲੈ ਕੇ ਰਾਤ ਤੱਕ ਆਪਾਂ ਪਤਾ ਨਹੀਂ ਕਿੰਨੀ ਵਾਰ ਕੰਪਿਊਟਰ ਦੀ ਵਰਤੋਂ ਅਲੱਗ-ਅਲੱਗ ਥਾਵਾਂ 'ਤੇ ਕਰਦੇ ਹਾਂ। ਰੋਜ਼ਾਨਾ ਦੀਆਂ ਕਈ ਕਿਰਿਆਵਾਂ ਕੰਪਿਊਟਰ 'ਤੇ ਹੀ ਆਧਾਰਿਤ ਹਨ, ਜਿਵੇਂ ਬੈਂਕਾਂ ਵਿੱਚ, ਸਕੂਲਾਂ ਵਿੱਚ, ਹਸਪਤਾਲਾਂ ਵਿੱਚ, ਦੁਕਾਨਾਂ ਵਿੱਚ, ਅਲੱਗ-ਅਲੱਗ ਜਗ੍ਹਾ 'ਤੇ ਆਪਾਂ ਕੰਪਿਊਟਰ ਦੀ ਵਾਰ-ਵਾਰ ਵਰਤੋਂ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਕਰਦੇ ਹਾਂ। ਕੰਪਿਊਟਰ ਸ਼ਬਦ ਲੈਟਿਨ ਸ਼ਬਦ ਕੰਪਿਊਟਰੇ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਕੰਪਿਊਟ ਕਰਨਾ, ਗਣਨਾਵਾਂ ਕਰਨਾ। ਪਰ ਅੱਜ ਕੱਲ੍ਹ ਦੇ ਯੁੱਗ ਵਿੱਚ ਕੰਪਿਊਟਰ ਇੱਕ ਸਿਰਫ ਗਣਨਾਵਾਂ ਕਰਨ ਵਾਲੀ ਮਸ਼ੀਨ ਨਹੀਂ ਰਹਿ ਗਿਆ, ਸਗੋਂ ਇਹ ਬਹੁਤ ਸਾਰੇ ਕੰਮ ਕਰਦਾ ਹੈ। ਇਹ ਆਵਾਜ਼ ਦੇ ਨਾਲ, ਪਿਕਚਰਸ ਦੇ ਨਾਲ, ਵੀਡੀਓਜ਼ ਦੇ ਨਾਲ ਕੰਮ ਕਰਕੇ ਸਾਨੂੰ ਆਊਟਪੁੱਟ ਦਿੰਦਾ ਹੈ। ਇਸ ਲਈ ਇਸ ਨੂੰ ਸਿਰਫ ਇੱਕ ਗਣਨਾ ਕਰਨ ਵਾਲੀ ਮਸ਼ੀਨ ਕਹਿਣਾ ਇੱਕ ਗਲਤ ਧਾਰਨਾ ਹੋਏਗੀ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ। ਕੰਪਿਊਟਰ ਹੈ ਕੀ? ਹੁਣ ਇਹ ਇੱਕ ਕੰਪਿਊਟਰ ਸਿਸਟਮ ਹੈ ਜਿਸ ਦੇ ਵਿੱਚ CPU, ਮੋਨੀਟਰ, ਕੀਬੋਰਡ, ਮਾਊਸ ਅਤੇ ਸਪੀਕਰ ਇਹ ਆਮ ਤੌਰ 'ਤੇ ਕੰਪਿਊਟਰ ਸਿਸਟਮ ਦੇ ਨਾਲ ਦੇਖੇ ਜਾਣ ਵਾਲੇ ਡਿਵਾਈਸਿਸ ਹਨ। ਇਹ ਪੂਰਾ ਇੱਕ ਕੰਪਿਊਟਰ ਸਿਸਟਮ ਹੈ। ਇਸ ਦੇ ਕੰਮ ਕੀ ਹਨ? ਹੁਣ ਜੇ ਆਪਾਂ ਸਮਝੀਏ ਕਿ ਕੰਪਿਊਟਰ ਹੈ ਕੀ, ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਇਸ ਨੂੰ ਸੂਚਨਾ ਨਾਲ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਯੂਜ਼ਰ ਤੋਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ। ਕੰਪਿਊਟਰ ਨੂੰ ਹਦਾਇਤਾਂ ਅਤੇ ਡਾਟਾ ਦੇਣ ਦੀ ਪ੍ਰਕਿਰਿਆ ਨੂੰ ਇਨਪੁਟ ਕਿਹਾ ਜਾਂਦਾ ਹੈ। ਕੰਪਿਊਟਰ ਇਨਪੁਟ ਨੂੰ ਪ੍ਰੋਸੈਸ ਕਰਦਾ ਹੈ। ਪ੍ਰੋਸੈਸਿੰਗ ਤੋਂ ਬਾਅਦ ਕੰਪਿਊਟਰ ਸਾਨੂੰ ਨਤੀਜਾ ਜਾਂ ਆਊਟਪੁੱਟ ਦਿੰਦਾ ਹੈ। ਕੰਪਿਊਟਰ ਦੇ ਮੁੱਖ ਕੰਮ ਇਹ ਤਿੰਨ ਹੀ ਹਨ ਜੋ ਅਸੀਂ ਇਸ ਪੂਰੇ ਚੈਪਟਰ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਆਓ ਅਸੀਂ ਇਸ ਇੱਕ ਪਰਿਭਾਸ਼ਾ ਨੂੰ ਹੋਰ ਚੰਗੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮਸ਼ੀਨ ਕੀ ਹੁੰਦੀ ਹੈ? ਮਸ਼ੀਨ ਇੱਕ ਅਜਿਹਾ ਯੰਤਰ ਹੈ ਜੋ ਇਨਸਾਨ ਨੂੰ ਕੋਈ ਵੀ ਕੰਮ ਕਰਨ ਵਿੱਚ ਮਦਦ ਕਰਦਾ ਹੈ। ਉਸ ਕੰਮ ਨੂੰ ਉਹ ਮਸ਼ੀਨ ਆਸਾਨ ਕਰ ਦਿੰਦੀ ਹੈ ਤੇ ਉਸੇ ਕੰਮ ਨੂੰ ਤੇਜ਼ ਰਫ਼ਤਾਰ ਨਾਲ ਕਰਨ ਵਿੱਚ ਵੀ ਮਨੁੱਖ ਦੀ ਮਦਦ ਕਰਦੀ ਹੈ। ਮਸ਼ੀਨਾਂ ਕਈ ਕਿਸਮ ਦੀਆਂ ਹਨ ਜੋ ਅਸੀਂ ਵਰਤੋਂ ਵਿੱਚ ਲਿਆਉਂਦੇ ਹਾਂ। ਇਹਨਾਂ ਵਿੱਚ ਸਭ ਤੋਂ ਪਹਿਲਾਂ ਹੈ ਮਨੁੱਖੀ ਬਲ ਨਾਲ ਚੱਲਣ ਵਾਲੀਆਂ ਮਸ਼ੀਨਾਂ, ਜਿਵੇਂ ਕਿ ਸਿਲਾਈ ਮਸ਼ੀਨ, ਸਾਈਕਲ, ਪੱਠੇ ਕੁਤਰਨ ਵਾਲੀ ਮਸ਼ੀਨ। ਇਹ ਸਾਰੀਆਂ ਮਸ਼ੀਨਾਂ ਮਨੁੱਖੀ ਬਲ ਦੇ ਨਾਲ ਹੀ ਕੰਮ ਕਰਦੀਆਂ ਹਨ, ਉਸ ਤੋਂ ਬਿਨਾਂ ਇਹ ਕੰਮ ਨਹੀਂ ਕਰ ਸਕਦੀਆਂ। ਫਿਊਲ ਨਾਲ ਕੰਮ ਕਰਨ ਵਾਲੀਆਂ ਮਸ਼ੀਨਾਂ, ਹੁਣ ਜੋ ਮਸ਼ੀਨਾਂ ਵਿੱਚ ਕੁਝ ਤੇਲ, ਪੈਟਰੋਲ ਜਾਂ ਡੀਜ਼ਲ ਪਾ ਕੇ ਚੱਲਦੀਆਂ ਹਨ ਉਹਨਾਂ ਨੂੰ ਅਸੀਂ ਫਿਊਲ ਨਾਲ ਚੱਲਣ ਵਾਲੀਆਂ ਮਸ਼ੀਨਾਂ ਕਹਿੰਦੇ ਹਾਂ, ਜਿੱਦਾਂ ਕਿ ਸਕੂਟਰ ਹੋ ਗਿਆ, ਕਾਰ ਹੋ ਗਿਆ ਜਾਂ ਮੋਟਰਸਾਈਕਲ ਹੋ ਗਿਆ। ਇਹਨਾਂ ਦੇ ਵਿੱਚ ਜੇ ਪੈਟਰੋਲ ਪਾਇਆ ਜਾਂਦਾ ਹੈ ਜਾਂ ਫਿਊਲ ਪਾਇਆ ਜਾਂਦਾ ਹੈ ਤਾਂ ਹੀ ਇਹ ਜਿਹੜੇ ਯੰਤਰ ਆ, ਮਸ਼ੀਨਾਂ ਹਨ, ਇਹ ਕੰਮ ਕਰਦੀਆਂ ਹਨ। ਫਿਰ ਤੀਸਰੇ ਨੰਬਰ 'ਤੇ ਆ ਜਾਂਦੀਆਂ ਹਨ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ। ਵਾਸ਼ਿੰਗ ਮਸ਼ੀਨ, ਮਿਕਸਰ, ਕੰਪਿਊਟਰ, ਇਹ ਸਾਰੀਆਂ ਮਸ਼ੀਨਾਂ ਬਿਜਲੀ 'ਤੇ ਕੰਮ ਕਰਦੀਆਂ ਹਨ। ਜੇਕਰ ਅਸੀਂ ਇਹਨਾਂ ਤੋਂ ਕੰਮ ਲੈਣਾ ਹੈ ਤੇ ਬਿਜਲੀ ਔਨ ਕਰਕੇ ਹੀ ਇਹਨਾਂ ਤੋਂ ਕੰਮ ਲਿਆ ਜਾਂਦਾ। ਮਸ਼ੀਨ ਅਤੇ ਮਨੁੱਖ। ਅਜੋਕੇ ਸਮੇਂ ਵਿੱਚ ਮਸ਼ੀਨਾਂ ਆਪਣੇ ਆਪ ਕੰਮ ਨਹੀਂ ਕਰ ਸਕਦੀਆਂ। ਇਹਨਾਂ ਮਸ਼ੀਨਾਂ ਤੋਂ ਕੰਮ ਲੈਣ ਲਈ ਮਨੁੱਖੀ ਮਦਦ ਦੀ ਜ਼ਰੂਰਤ ਪੈਂਦੀ ਹੈ। ਮਸ਼ੀਨ ਮਨੁੱਖ ਦਾ ਕੰਮ ਆਸਾਨ ਕਰ ਸਕਦੀ ਹੈ, ਪਰ ਉਸ ਤੋਂ ਕੰਮ ਲੈਣਾ ਮਨੁੱਖ ਨੂੰ ਹੀ ਪੈਣਾ ਹੈ। ਜੇਕਰ ਮਨੁੱਖ ਉਸ ਮਸ਼ੀਨ ਨੂੰ ਸਹੀ ਤਰੀਕੇ ਨਾਲ ਚਲਾਏਗਾ ਤਾਂ ਉਹ ਮਸ਼ੀਨ ਵਧੀਆ ਕੰਮ ਕਰਕੇ ਦੇਵੇਗੀ, ਪਰ ਜੇਕਰ ਉਸ ਮਸ਼ੀਨ ਨੂੰ ਚਲਾਉਣ ਵਾਲਾ ਮਨੁੱਖ ਕਾਬਲ ਨਹੀਂ ਹੈ ਤਾਂ ਉਹ ਮਸ਼ੀਨ ਵਧੀਆ ਕੰਮ ਨਹੀਂ ਕਰ ਪਾਏਗੀ। ਇਸ ਲਈ ਕੋਈ ਵੀ ਮਸ਼ੀਨ ਤੋਂ ਵਧੀਆ ਕੰਮ ਲੈਣ ਲਈ ਪਹਿਲਾਂ ਸਾਨੂੰ ਉਸ ਮਸ਼ੀਨ ਨੂੰ ਸਹੀ ਤਰੀਕੇ ਨਾਲ ਚਲਾਉਣਾ ਸਿੱਖਣਾ ਚਾਹੀਦਾ ਹੈ। ਕਿਸੇ ਵੀ ਮਸ਼ੀਨ ਤੋਂ ਵਧੀਆ ਕੰਮ ਲੈਣ ਲਈ ਮਨੁੱਖ ਨੂੰ ਉਸ ਨੂੰ ਸਹੀ ਤਰੀਕੇ ਨਾਲ ਚਲਾਉਣਾ ਸਿੱਖਣਾ ਪੈਂਦਾ ਹੈ, ਤਾਂ ਹੀ ਉਹ ਮਸ਼ੀਨ ਸਾਨੂੰ ਵਧੀਆ ਆਊਟਪੁੱਟ ਦੇ ਸਕਦੀ ਹੈ। ਮਸ਼ੀਨ ਕਿਸ ਸਿਧਾਂਤ 'ਤੇ ਕੰਮ ਕਰਦੀ ਹੈ? ਕਿਸੇ ਵੀ ਮਸ਼ੀਨ ਤੋਂ ਜੇਕਰ ਕਿਸੇ ਮਨੁੱਖ ਨੇ ਕੰਮ ਲੈਣਾ ਹੈ ਤਾਂ ਉਸ ਨੂੰ ਇੱਕ ਸਿਧਾਂਤ ਦੀ ਪਾਲਣਾ ਕਰਨੀ ਪੈਂਦੀ ਹੈ, ਤਾਂ ਹੀ ਉਹ ਮਸ਼ੀਨ ਕੰਮ ਕਰਕੇ ਮਨੁੱਖ ਦਾ ਕੰਮ ਆਸਾਨ ਕਰ ਸਕਦੀ ਹੈ। ਉਹ ਸਿਧਾਂਤ ਹੈ ਇਨਪੁਟ, ਪ੍ਰੋਸੈਸ, ਆਊਟਪੁੱਟ। ਕੋਈ ਵੀ ਮਸ਼ੀਨ ਆ ਉਹ ਇਸ ਸਿਧਾਂਤ 'ਤੇ ਹੀ ਕੰਮ ਕਰਦੀ ਹੈ। ਪਹਿਲਾਂ ਸਾਨੂੰ ਇਨਪੁਟ ਕਰਨੀ ਪਵੇਗੀ, ਮਸ਼ੀਨ ਉਸ ਦੀ ਪ੍ਰੋਸੈਸਿੰਗ ਕਰਕੇ ਸਾਨੂੰ ਇੱਕ ਵਧੀਆ ਆਊਟਪੁੱਟ ਪ੍ਰਦਾਨ ਕਰੇਗੀ। ਕੋਈ ਵੀ ਮਸ਼ੀਨ ਆ ਉਹ ਇਸ ਸਿਧਾਂਤ 'ਤੇ ਕੰਮ ਕਰਦੀ ਹੈ।
ਆਓ ਇਸ ਸਿਧਾਂਤ ਨੂੰ ਅਸੀਂ ਇੱਕ ਉਦਾਹਰਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਅਸੀਂ ਇੱਕ ਵਾਸ਼ਿੰਗ ਮਸ਼ੀਨ ਦੀ ਉਦਾਹਰਨ ਲੈ ਰਹੇ ਹਾਂ। ਇੱਥੇ ਵਾਸ਼ਿੰਗ ਮਸ਼ੀਨ ਇੱਕ ਪ੍ਰੋਸੈਸਰ ਦਾ ਕੰਮ ਕਰੇਗੀ। ਹੁਣ ਇਹਨੇ ਇਸ ਤੋਂ ਕੰਮ ਲੈਣ ਲਈ ਸਾਨੂੰ ਪਹਿਲਾਂ ਇਹਦੇ ਵਿੱਚ ਪਾਣੀ, ਫਿਰ ਸਰਫ ਤੇ ਫਿਰ ਕੱਪੜੇ ਇਹ ਇਨਪੁਟ ਕਰਨੇ ਪੈਣਗੇ। ਇਸ ਵਿੱਚ ਇਨਪੁਟ ਕਰਨ ਤੋਂ ਬਾਅਦ ਵਿੱਚ ਇਸ ਤੋਂ ਕੰਮ ਲੈਣ ਲਈ ਸਾਨੂੰ ਪਹਿਲਾਂ ਸਵਿਚ ਔਨ ਕਰਨਾ ਪਏਗਾ। ਜਦੋਂ ਅਸੀਂ ਸਵਿਚ ਔਨ ਕਰਾਂਗੇ ਤਾਂ ਹੀ ਇਹ ਮਸ਼ੀਨ ਕੰਮ ਕਰੇਗੀ, ਕਿਉਂਕਿ ਬਿਜਲੀ ਤੇ ਕੰਮ ਕਰਦੀ ਹੈ। ਹੁਣ ਜਦੋਂ ਅਸੀਂ ਇਹਦਾ ਸਵਿਚ ਔਨ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਦਾ ਕੰਮ ਪ੍ਰੋਸੈਸਿੰਗ ਵਾਲਾ ਸ਼ੁਰੂ ਹੋ ਜਾਂਦਾ ਹੈ। ਹੁਣ ਮਸ਼ੀਨ ਨੇ ਉਸ ਚੀਜ਼ ਨੂੰ ਪ੍ਰੋਸੈਸ ਕੀਤਾ ਤੇ ਪ੍ਰੋਸੈਸ ਕਰਨ ਤੋਂ ਬਾਅਦ ਸਾਨੂੰ ਕੀ ਮਿਲ ਗਈ? ਆਊਟਪੁੱਟ। ਪਹਿਲਾਂ ਅਸੀਂ ਇਨਪੁਟ ਕੀਤੀ ਪਾਣੀ, ਸਰਫ ਅਤੇ ਕੱਪੜਿਆਂ ਦੇ ਰੂਪ ਵਿੱਚ, ਫਿਰ ਮਸ਼ੀਨ ਨੇ ਉਸ ਦੀ ਪ੍ਰੋਸੈਸਿੰਗ ਕੀਤੀ। ਪ੍ਰੋਸੈਸਿੰਗ ਕਰਨ ਤੋਂ ਬਾਅਦ ਵਿੱਚ ਉਸੇ ਸਾਨੂੰ ਧੋਤੇ ਕੱਪੜੇ ਜੋ ਸਨ ਉਹ ਆਊਟਪੁੱਟ ਦੇ ਰੂਪ ਵਿੱਚ ਦੇ ਦਿੱਤੇ ਗਏ। ਹੁਣ ਜੇਕਰ ਅਸੀਂ ਇਸ ਮਸ਼ੀਨ ਵਿੱਚ ਇਨਪੁਟ ਸਹੀ ਤਰੀਕੇ ਨਾਲ ਨਹੀਂ ਕਰਾਂਗੇ ਤਾਂ ਸਾਨੂੰ ਆਊਟਪੁੱਟ ਵੀ ਸਹੀ ਤਰੀਕੇ ਨਾਲ ਨਹੀਂ ਮਿਲੇਗੀ। ਹੁਣ ਇਨਪੁੱਟ ਦਾ ਕੰਮ ਮਨੁੱਖ ਦਾ ਹੈ ਤੇ ਇਸ ਲਈ ਜੇਕਰ ਮਨੁੱਖ ਗਲਤੀ ਕਰੇਗਾ ਤੇ ਇਹ ਮਸ਼ੀਨ ਦੀ ਗਲਤੀ ਨਹੀਂ ਹੋਏਗੀ ਤੇ ਸਾਨੂੰ ਗਲਤ ਆਊਟਪੁੱਟ ਮਿਲੇਗੀ। ਮਸ਼ੀਨ ਦਾ ਕੰਮ ਪ੍ਰੋਸੈਸਿੰਗ ਹੈ ਤੇ ਉਹ ਪ੍ਰੋਸੈਸਿੰਗ ਤਾਈਓ ਸਹੀ ਕਰੇਗੀ ਜੇਕਰ ਅਸੀਂ ਸਹੀ ਇਨਪੁੱਟ ਕੀਤੀ ਹੋਏਗੀ। ਕੰਪਿਊਟਰ ਸਿਸਟਮ ਦੇ ਨਾਲ ਕੰਮ ਕਰਨ ਦਾ ਤਰੀਕਾ। ਹੁਣ ਜਿੱਦਾਂ ਅਸੀਂ ਵਾਸ਼ਿੰਗ ਮਸ਼ੀਨ ਦੀ ਐਗਜ਼ਾਮਪਲ ਸਮਝੀ ਹੈ, ਉਸੇ ਤਰੀਕੇ ਨਾਲ ਹੀ ਕੰਪਿਊਟਰ ਸਿਸਟਮ ਵੀ ਕੰਮ ਕਰਦਾ ਹੈ। ਇਨਪੁੱਟ, ਪਹਿਲਾਂ ਅਸੀਂ ਇਨਪੁੱਟ ਕਰਾਂਗੇ, ਚਾਹੇ ਇਨਪੁੱਟ ਦੇ ਰੂਪ ਵਿੱਚ ਅਸੀਂ ਕੋਈ ਟੈਕਸਟ ਲਿਖਾਂਗੇ, ਚਾਹੇ ਕੋਈ ਨੰਬਰ ਲਿਖਾਂਗੇ, ਚਾਹੇ ਕੋਈ ਪਿਕਚਰਸ ਕੰਪਿਊਟਰ ਵਿੱਚ ਭਰਾਂਗੇ, ਚਾਹੇ ਕੋਈ ਗਾਣੇ ਕੰਪਿਊਟਰ 'ਚ ਭਰਾਂਗੇ, ਚਾਹੇ ਕੋਈ ਅਸੀਂ ਵੀਡੀਓ ਕੰਪਿਊਟਰ ਵਿੱਚ ਭਰਾਂਗੇ। ਉਹ ਡਾਟਾ ਭਰਨ ਦੀ ਪ੍ਰਕਿਰਿਆ ਨੂੰ ਇਨਪੁੱਟ ਕਿਹਾ ਜਾਏਗਾ। ਹੁਣ ਜਦੋਂ ਅਸੀਂ ਇਨਪੁੱਟ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਜੋ ਕੰਪਿਊਟਰ, ਜੋ CPU ਹੈ, ਉਹ ਉਸ ਦੀ ਕੀ ਕਰੇਗਾ? ਪ੍ਰੋਸੈਸਿੰਗ ਤੋਂ ਬਾਅਦ ਅਸੀਂ ਉਸ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਸਟੋਰ ਕਰਨ ਤੋਂ ਬਾਅਦ 'ਚ ਸਾਨੂੰ ਕੀ ਮਿਲੇਗੀ? ਆਊਟਪੁੱਟ। ਇਨਪੁੱਟ, ਪ੍ਰੋਸੈਸ, ਆਊਟਪੁੱਟ। ਜੇਕਰ ਅਸੀਂ ਸਟੋਰ ਕਰਕੇ ਰੱਖਣਾ ਚਾਹੁੰਦੇ ਹਾਂ ਤੇ ਫਿਰ ਸਟੋਰੇਜ ਵੀ ਕੀਤੀ ਜਾ ਸਕਦੀ ਹੈ। ਆਓ ਇਸ ਨੂੰ ਅੱਗੇ ਸਮਝਦੇ ਹਾਂ ਇੱਕ ਉਦਾਹਰਨ ਦੇ ਨਾਲ। CPU। ਹੁਣ CPU ਸਾਡਾ ਕੀ ਹੈ? ਪ੍ਰੋਸੈਸਰ, ਜਿਸ ਨੇ ਪ੍ਰੋਸੈਸਿੰਗ ਕਰਨੀ ਹੈ। ਤੇ ਇਨਪੁੱਟ, ਆ ਸਾਡੇ ਸਾਰੇ ਇਨਪੁੱਟ ਡਿਵਾਈਸਿਸ ਹਨ, ਜਿਹਦੇ ਵਿੱਚ ਮਾਊਸ, ਕੀਬੋਰਡ, ਜੋਇਸਟਿਕ, ਮਾਈਕ੍ਰੋਫੋਨ, ਇਹ ਅਲੱਗ-ਅਲੱਗ ਤਰ੍ਹਾਂ ਦੇ ਡਿਵਾਈਸਿਸ ਆ ਜਿਨ੍ਹਾਂ ਦੇ ਨਾਲ ਅਸੀਂ ਅਲੱਗ-ਅਲੱਗ ਤਰ੍ਹਾਂ ਦਾ ਡਾਟਾ ਇਸ CPU ਦੇ ਵਿੱਚ ਇਨਪੁੱਟ ਕਰ ਸਕਦੇ ਹਾਂ। ਹੁਣ ਇਨਪੁੱਟ ਕਰਨ ਤੋਂ ਬਾਅਦ ਵਿੱਚ CPU ਨੇ ਕੀ ਕਰਨੀ ਹੈ? ਇਸ ਦੀ ਪ੍ਰੋਸੈਸਿੰਗ। ਹੁਣ ਜੇਕਰ ਅਸੀਂ ਉਹਨੂੰ ਸਟੋਰ ਕਰਕੇ ਰੱਖਣਾ ਚਾਹੁੰਦੇ ਹਾਂ ਤੇ ਫਿਰ ਸਟੋਰੇਜ, ਜਿੱਦਾਂ ਕਿ ਹਾਰਡ ਡਿਸਕ, ਫਲੋਪੀ ਡਰਾਈਵ, CD ਜਾਂ ਮੈਮਰੀ ਕਾਰਡ, ਇਹਨਾਂ ਦੇ ਵਿੱਚ ਅਸੀਂ ਜੋ ਵੀ ਚੀਜ਼ਾਂ ਇਹਦੇ ਵਿੱਚ ਭਰੀਆਂ ਆ ਉਹਨਾਂ ਨੂੰ ਪੱਕੇ ਤੌਰ ਤੇ ਸਟੋਰ ਕਰਕੇ ਰੱਖ ਸਕਦੇ ਹਾਂ। ਤੇ ਉਸ ਤੋਂ ਬਾਅਦ ਵਿੱਚ ਜੋ ਵੀ ਇਹਨੇ ਪ੍ਰੋਸੈਸਿੰਗ ਕੀਤੀ ਹੈ, CPU ਨੇ ਪ੍ਰੋਸੈਸਿੰਗ ਕੀਤੀ ਹੈ, ਉਹ ਸਾਨੂੰ ਆਊਟਪੁੱਟ ਡਿਵਾਈਸਿਸ ਦੇ ਉੱਪਰ ਸਾਨੂੰ ਆਊਟਪੁੱਟ ਦੇਗਾ। ਆਊਟਪੁੱਟ ਡਿਵਾਈਸ ਵਿੱਚ ਮੋਨੀਟਰ, ਪ੍ਰਿੰਟਰ, ਸਪੀਕਰ, ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਡਾਟਾ ਜਿਹੜਾ ਆ ਉਹ ਆਊਟਪੁੱਟ ਦੇ ਰੂਪ ਵਿੱਚ ਦੇਖ ਸਕਦੇ ਹਾਂ। ਇਨਪੁੱਟ, ਪ੍ਰੋਸੈਸ, ਆਊਟਪੁੱਟ। ਇਨਪੁੱਟ ਇਹਨਾਂ ਸਾਰੇ ਡਿਵਾਈਸਿਸ ਦੇ ਨਾਲ ਕੀਤੀ ਜਾਏਗੀ, ਆਊਟਪੁੱਟ ਸਾਨੂੰ ਇਹਨਾਂ ਸਾਰੇ ਡਿਵਾਈਸਿਸ ਤੇ ਮਿਲੇਗੀ ਤੇ ਸਟੋਰੇਜ ਇਹਨਾਂ ਡਿਵਾਈਸਿਸ ਦੇ ਉੱਪਰ ਕੀਤੀ ਜਾ ਸਕਦੀ ਹੈ। ਪਰ ਜੋ CPU ਹੈ ਉਹ ਨਾ ਤੇ ਇਨਪੁੱਟ ਨਾ ਕਿ ਆਊਟਪੁੱਟ, ਉਹ ਪ੍ਰੋਸੈਸਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਜੋ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਉਸ ਦੇ ਅਨੁਸਾਰ ਕੰਪਿਊਟਰ ਦੀ ਪਰਿਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ, ਬਿਜਲੀ ਤੇ ਚੱਲਣ ਵਾਲੀ ਮਸ਼ੀਨ ਹੈ, ਜੋ ਯੂਜ਼ਰ ਤੋਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦੀ ਹੈ। ਇਹ ਡਾਟਾ ਉੱਪਰ ਹਦਾਇਤਾਂ ਅਨੁਸਾਰ ਪ੍ਰੋਸੈਸਿੰਗ ਕਰਦਾ ਹੈ ਅਤੇ ਯੂਜ਼ਰ ਨੂੰ ਆਊਟਪੁੱਟ ਦਿੰਦਾ ਹੈ। ਕੰਪਿਊਟਰ ਇਸ ਆਊਟਪੁੱਟ ਨੂੰ ਭਵਿੱਖ ਵਿੱਚ ਵਰਤੋਂ ਲਈ ਸਾਂਭ ਕੇ ਵੀ ਰੱਖ ਸਕਦਾ ਹੈ। ਇਨਪੁੱਟ, ਪ੍ਰੋਸੈਸ, ਆਊਟਪੁੱਟ ਐਂਡ ਸਟੋਰੇਜ। ਹੁਣ ਦੇਖੋ ਪਹਿਲਾ ਪੁਆਇੰਟ, ਯੂਜ਼ਰ ਤੋਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ, ਮਤਲਬ ਕਿ ਇਨਪੁੱਟ। ਇਹ ਡਾਟਾ ਉੱਪਰ ਹਦਾਇਤਾਂ ਅਨੁਸਾਰ ਪ੍ਰੋਸੈਸਿੰਗ ਕਰਦਾ ਹੈ, ਮਤਲਬ ਪ੍ਰੋਸੈਸਿੰਗ, ਅਤੇ ਯੂਜ਼ਰ ਨੂੰ ਆਊਟਪੁੱਟ ਦਿੰਦਾ ਹੈ, ਮਤਲਬ ਆਊਟਪੁੱਟ। ਕੰਪਿਊਟਰ ਇਸ ਆਊਟਪੁੱਟ ਨੂੰ ਭਵਿੱਖ ਵਿੱਚ ਵਰਤੋਂ ਲਈ ਸਾਂਭ ਕੇ ਵੀ ਰੱਖ ਸਕਦਾ ਹੈ, ਮਤਲਬ ਸਟੋਰੇਜ। ਠੀਕ ਆ, ਇਹ ਸਾਰਾ ਇਸ ਕੰਪਿਊਟਰ ਸਿਸਟਮ ਦੇ ਕੰਮ ਕਰਨ ਦਾ ਤਰੀਕਾ ਹੈ। ਅਸੀਂ ਕੰਪਿਊਟਰ ਤੇ ਬਹੁਤ ਸਾਰੇ ਕੰਮ ਕਰ ਸਕਦੇ ਹਾਂ। ਇਹਨਾਂ ਦੇ ਵਿੱਚੋਂ ਕੁਝ ਜਿਹੜੇ ਮੇਨ ਕੰਮ ਹੈਗੇ ਆ ਉਹਨਾਂ ਬਾਰੇ ਅਸੀਂ ਇੱਥੇ ਜਾਣਕਾਰੀ ਲਵਾਂਗੇ। ਨੰਬਰ 1, ਕੰਪਿਊਟਰ ਤੇ ਗਣਿਤਕ ਗਣਨਾਵਾਂ ਕਰ ਸਕਦੇ ਹਾਂ। ਨੰਬਰ 2,
ਕੰਪਿਊਟਰ ਤੇ ਕਿਸੇ ਟੈਕਸਟ ਦੇ ਸਪੈਲਿੰਗ ਚੈੱਕ ਕਰ ਸਕਦੇ ਹਾਂ। ਜੇਕਰ ਅਸੀਂ ਕੋਈ ਸਪੈਲਿੰਗ ਗਲਤ ਲਿਖੇ ਆ ਤੇ ਕੰਪਿਊਟਰ ਉਹਨਾਂ ਸਪੈਲਿੰਗ ਨੂੰ ਠੀਕ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਅਸੀਂ ਕੰਪਿਊਟਰ ਤੇ ਤਸਵੀਰਾਂ ਬਣਾ ਸਕਦੇ ਹਾਂ। ਅਸੀਂ ਕੰਪਿਊਟਰ ਤੇ ਵਧੀਆ ਵਧੀਆ ਡਰਾਇੰਗ ਬਣਾ ਕੇ ਬਹੁਤ ਸੋਹਣੇ ਲੋਗੋ ਵੀ ਤਿਆਰ ਬਹੁਤ ਆਸਾਨੀ ਨਾਲ ਕਰ ਸਕਦੇ ਹਾਂ। ਅਸੀਂ ਕੰਪਿਊਟਰ ਦੀ ਵਰਤੋਂ ਕਿਤਾਬਾਂ ਅਤੇ ਅਖਬਾਰਾਂ ਛਾਪਣ ਲਈ ਕਰਦੇ ਹਾਂ। ਅਸੀਂ ਕੰਪਿਊਟਰ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੇਮਾਂ ਜਿਹੜੀਆਂ ਆ ਉਹ ਖੇਡ ਸਕਦੇ ਹਾਂ। ਅਸੀਂ ਕੰਪਿਊਟਰ ਤੇ ਗਾਣੇ ਸੁਣ ਸਕਦੇ ਹਾਂ ਅਤੇ ਫਿਲਮਾਂ ਵੀ ਦੇਖ ਸਕਦੇ ਹਾਂ। ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ਾਂ ਵਿੱਚ ਸਫ਼ਰ ਕਰਨ ਲਈ ਆਪਣੀਆਂ ਟਿਕਟਾਂ ਬੁੱਕ ਕਰਵਾਉਣ ਲਈ ਵੀ ਕੰਪਿਊਟਰ ਦੀ ਮਦਦ ਲੈਂਦੇ ਹਾਂ। ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ਾਂ ਦੇ ਆਉਣ ਜਾਣ ਦੇ ਸਮੇਂ ਦੇ ਬਾਰੇ ਪਤਾ ਕਰਨ ਲਈ ਵੀ ਕੰਪਿਊਟਰ ਦੀ ਹੀ ਵਰਤੋਂ ਲੈਂਦੇ ਹਾਂ। ਅਸੀਂ ਕਿਸੇ ਜਗ੍ਹਾ ਲਈ ਸਫ਼ਰ ਕਰਨ ਤੋਂ ਪਹਿਲਾਂ ਉਸ ਜਗ੍ਹਾ ਦੇ ਮੌਸਮ ਦੀ ਜਾਣਕਾਰੀ ਵੀ ਕੰਪਿਊਟਰ ਦੀ ਮਦਦ ਦੇ ਨਾਲ ਲੈ ਸਕਦੇ ਹਾਂ। ਅਸੀਂ ਆਪਣੇ ਸਕੂਲਾਂ ਦੀਆਂ ਰਿਪੋਰਟ ਕਾਰਡਾਂ, ਨਤੀਜੇ ਅਤੇ ਟਾਈਮ ਟੇਬਲ ਬਣਾਉਣ ਵਿੱਚ ਵੀ ਕੰਪਿਊਟਰ ਦੀ ਮਦਦ ਲੈਂਦੇ ਹਾਂ। ਅਸੀਂ ਕੰਪਿਊਟਰ ਰਾਹੀਂ ਕਿਸੇ ਜਗ੍ਹਾ ਤੇ ਜਾਣ ਲਈ ਉਸ ਦੇ ਰਾਹ ਦੀ ਜਾਣਕਾਰੀ ਲੈਣ ਲਈ ਮੈਪਸ ਦੀ ਵੀ ਵਰਤੋਂ ਕਰ ਸਕਦੇ ਹਾਂ। ਇਹ ਕੁਝ ਕੰਮ ਹਨ ਜੋ ਤੁਹਾਨੂੰ ਇੱਥੇ ਦੱਸੇ ਗਏ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਕੰਪਿਊਟਰ ਦੇ ਨਾਲ ਕਰਦੇ ਹਾਂ। ਪਰ ਬਹੁਤ ਸਾਰੇ ਅਜਿਹੇ ਕੰਮ ਹੋਰ ਵੀ ਹੈਗੇ ਆ ਜਿਨ੍ਹਾਂ ਦੇ ਬਾਰੇ ਇੱਥੇ ਤੁਹਾਨੂੰ ਨਹੀਂ ਦੱਸਿਆ ਗਿਆ, ਪਰ ਉਹਨਾਂ ਸਾਰੇ ਕੰਮਾਂ ਨੂੰ ਕਰਨ ਵਾਸਤੇ ਮਦਦ ਸਾਡੀ ਕੰਪਿਊਟਰ ਹੀ ਕਰਦੇ ਹਨ।